प्यारे बच्चों, ਅੱਜ मैं ਤੁਹਾਨੂੰ मैथ ਦੀ अगली असाइनमेंट नंबर 162 समझावांगी, जो कि पढ़ो पंजाब पढ़ाओ पंजाब के तहत क्लास 9वीं के विद्यार्थियों ਲਈ है। इस असाइनमेंट विच असी मैथ का 14वां लैसन अंकड़ा विज्ञान का बहुत ही इंपॉर्टेंट पोर्शन केंद्री प्रवृत्ति का माप मैजर ऑफ सेंट्रल टेंडेंसी ਜਿਹਦੇ ਵਿੱਚ ਅਸੀਂ ਤਿੰਨ ਚੀਜ਼ਾਂ ਮੱਧਮਾਨ, ਮਾਧਿਕਾ ਤੇ ਬਹੁਲਕ ਦੇ ਬਾਰੇ ਪੜਾਂਗੇ। ਹੁਣ ਤੱਕ ਤੁਸੀਂ ਅੰਕੜਿਆਂ ਨੂੰ ਵੱਖ-ਵੱਖ ਰੂਪ ਵਿੱਚ ਦਰਸਾ ਚੁੱਕੇ ਹੋ, ਜਿਵੇਂ ਅੰਕੜਿਆਂ ਤੋਂ ਬਾਰੰਬਾਰਤਾ ਵੰਡ ਸਾਰਨੀ ਤੁਸੀਂ ਬਣਾਈ ਹੈ, ਛੜ ਗ੍ਰਾਫ ਬਣਾਏ ਹਨ, ਆਇਤ ਚਿੱਤਰ ਤੇ ਬਾਰੰਬਾਰਤਾ ਬਹੁਭੁਜ ਬਣਾਈ ਹੈ। ਹੁਣ ਇਸ ਦੇ ਨਾਲ ਅਸੀਂ ਅੰਕੜਿਆਂ ਦੇ ਕੁਝ ਸਪੈਸ਼ਲ ਫੈਕਟ ਮਹੱਤਵਪੂਰਨ ਲੱਛਣਾਂ ਦੇ ਬਾਰੇ ਪੜਾਂਗੇ, ਜੋ ਕਿ ਮੱਧਮਾਨ, ਮਾਧਿਕਾ ਤੇ ਬਹੁਲਕ ਦੇ ਰੂਪ ਵਿੱਚ ਹਨ। ਚਲੋ ਸਭ ਤੋਂ ਪਹਿਲੇ ਅਸੀਂ ਮੱਧਮਾਨ ਦੇ ਬਾਰੇ ਪੜ੍ਹਦੇ ਹਾਂ। ਮੱਧਮਾਨ ਕੱਢਣ ਦਾ ਫਾਰਮੂਲਾ ਹੁੰਦਾ ਹੈ ਪ੍ਰੇਖਣਾਂ ਦੇ ਸਾਰੇ ਮੁੱਲਾਂ ਦਾ ਜੋੜ ਡਿਵਾਈਡਡ ਬਾਏ ਪ੍ਰੇਖਣਾਂ ਦੀ ਕੁੱਲ ਗਿਣਤੀ, ਕਿ ਜਿੰਨੇ ਵੀ ਸਾਡੇ ਕੋਲ ਅੰਕੜੇ ਜਾਂ ਪ੍ਰੇਖਣ ਆਏ ਹਨ ਉਹਨਾਂ ਸਾਰਿਆਂ ਨੂੰ ਜੋੜ ਕਰ ਲਓ, ਉਹਨੂੰ ਭਾਗ ਕਰ ਦਿਓ ਜਿੰਨੀ ਵੀ ਅੰਕੜਿਆਂ ਦੀ ਜਾਂ ਪ੍ਰੇਖਣਾਂ ਦੀ ਗਿਣਤੀ ਹੈ। ਮੱਧਮਾਨ ਨੂੰ ਇੰਗਲਿਸ਼ ਵਿੱਚ ਮੀਨ ਕਹਿੰਦੇ ਹਨ। ਇਸ ਨੂੰ ਐਕਸ ਬਾਰ ਦੇ ਨਾਲ ਵੀ ਦਰਸਾਇਆ ਜਾਂਦਾ ਹੈ। ਅਸੀਂ ਇੱਕ ਐਗਜ਼ਾਮਪਲ ਕਰਦੇ ਹਾਂ। ਸਾਡੇ ਕੋਲ ਅੰਕੜੇ ਹਨ ਇਹ ਵਾਲੇ 2, 7 ਤੇ 9। ਅਗਰ ਸਾਨੂੰ ਕੋਈ ਕੁਐਸਚਨ ਪੁੱਛੇ ਕਿ 2, 7 ਤੇ 9 ਦਾ ਮੱਧਮਾਨ ਕੀ ਹੈ, ਉਸ ਦਾ ਮੀਨ ਕੀ ਹੈ, ਤੇ ਅਸੀਂ ਕਿਵੇਂ ਕਰਾਂਗੇ? ਸਾਰੇ ਅੰਕੜਿਆਂ ਨੂੰ ਪਹਿਲੇ ਜੋੜ ਕਰ ਲਾਂਗੇ। ਐਕਸ ਬਾਰ ਅਸੀਂ ਲਿਖਾਂਗੇ ਮੱਧਮਾਨ, ਸਾਰੇ ਅੰਕੜਿਆਂ ਨੂੰ ਜੋੜ ਕਰ ਲਾਂਗੇ 2, 7 ਤੇ 9 ਜੋੜ ਕਰਕੇ ਬਟਾ ਅਸੀਂ ਕਿਤੇ ਲਿਖਾਂਗੇ ਜਿੰਨੇ ਸਾਡੇ ਕੋਲ ਕੁੱਲ ਅੰਕੜੇ ਹਨ, ਤੇ ਕੁੱਲ ਅੰਕੜੇ ਕਿੰਨੇ ਹਨ? 3। ਇਹ ਸਾਡੇ ਕੋਲ ਬਣ ਗਿਆ 18/3, ਤੇ 18/3 ਨੂੰ ਸੋਲਵ ਕਰਕੇ ਸਾਡੇ ਕੋਲ ਮੱਧਮਾਨ ਦੀ ਵੈਲਿਊ ਆ ਗਈ 6। ਇਹ ਹੁਣ ਸਾਡੇ ਕੋਲ ਹੋਏਗਾ ਮੱਧਮਾਨ। ਅਸੀਂ ਕੀ ਕੀਤਾ? ਸਾਰੀਆਂ ਜਿਹੜੀਆਂ ਵੈਲਿਊਜ਼ ਨੇ ਉਹਨਾਂ ਨੂੰ ਪਲੱਸ ਕਰਤਾ, ਜਿੰਨੇ ਵੀ ਸਾਨੂੰ ਕੋਲ ਪ੍ਰੇਖਣ ਦਿੱਤੇ ਗਏ ਹਨ ਉਹਨਾਂ ਨੂੰ ਜੋੜ ਕਰਕੇ ਡਿਵਾਈਡ ਕਰਤਾ ਪ੍ਰੇਖਣਾਂ ਦੀ ਗਿਣਤੀ ਦੇ ਨਾਲ। ਇਹ ਤਾਂ ਉਦੋਂ ਅਸੀਂ ਫਾਰਮੂਲਾ ਅਪਲਾਈ ਕਰਾਂਗੇ ਜਦੋਂ ਸਾਡੇ ਕੋਲ ਹੋਣਗੇ ਥੋੜ੍ਹੇ ਅੰਕੜੇ। ਜਦੋਂ ਸਾਡੇ ਕੋਲ ਬਹੁਤ ਜ਼ਿਆਦਾ ਅੰਕੜੇ ਆ ਜਾਣਗੇ ਉਸ ਟਾਈਮ 'ਤੇ ਅਸੀਂ ਮੱਧਮਾਨ ਦਾ ਇਹ ਵਾਲਾ ਫਾਰਮੂਲਾ ਯੂਜ਼ ਕਰਾਂਗੇ। ਵਰਗੀਕ੍ਰਿਤ ਬਾਰੰਬਾਰਤਾ ਵੰਡ ਲਈ ਅਸੀਂ ਕਿਹੜਾ ਫਾਰਮੂਲਾ ਯੂਜ਼ ਕਰਾਂਗੇ? ਸਿਗਮਾ FI ਡਿਵਾਈਡਡ ਬਾਏ ਸਿਗਮਾ FI ਕੀ ਹੈ? ਕਿਸੇ ਵੀ ਸਾਰਨੀ ਦੇ ਵਿੱਚ ਕੋਈ ਸੰਖਿਆ ਦਿੱਤੀ ਹੋਵੇ, ਬਾਰੰਬਾਰਤਾ ਸੰਖਿਆ ਦਿੱਤੀ ਹੋਵੇ, ਉਹਨੂੰ ਅਸੀਂ FI ਕਵਾਂਗੇ। XI ਕੀ ਹੋਏਗਾ? ਜਿਸ ਤਰ੍ਹਾਂ ਕੋਈ ਵਰਗ ਦਾ ਮਾਪ ਦਿੱਤਾ ਹੋਏ, ਠੀਕ ਹੈ, ਉਹਨੂੰ ਅਸੀਂ ਕਵਾਂਗੇ XI। ਅਤੇ ਫਾਰਮੂਲਾ ਕੀ ਬਣ ਜਾਏਗਾ? ਸਿਗਮਾ FI ਕਿ ਅਸੀਂ FI ਗੁਣਾ XI ਕਰ ਲਾਂਗੇ ਅਤੇ ਉਹਨਾਂ ਸਾਰਿਆਂ ਦਾ ਜੋੜ ਕਰ ਲਾਂਗੇ। ਸੁਮੇਸ਼ਨ ਜਾਂ ਸਿਗਮਾ ਦਾ ਨਿਸ਼ਾਨ ਦਾ ਮਤਲਬ ਹੈ ਜੋ ਇਹਨਾਂ ਦੋਨਾਂ ਨੂੰ ਗੁਣਾ ਕਰਕੇ ਜੋ ਵੀ ਵੈਲਿਊ ਆਏਗੀ ਐਂਡ 'ਤੇ ਅਸੀਂ ਉਹਨਾਂ ਸਾਰਿਆਂ ਨੂੰ ਜੋੜ ਕਰ ਲਾਂਗੇ ਅਤੇ ਡਿਵਾਈਡ ਕਰ ਲਾਂਗੇ ਅਸੀਂ ਜਿੰਨੇ ਵੀ ਪ੍ਰੇਖਣਾਂ ਦੀ ਕੁੱਲ ਸੰਖਿਆ ਹੋਵੇਗੀ, ਜਿਵੇਂ ਕਿ ਸਾਡੇ ਕੋਲ ਹੋਏਗਾ ਸਿਗਮਾ FI। ਇਹ ਅਸੀਂ ਫਾਰਮੂਲਾ ਉਦੋਂ ਅਪਲਾਈ ਕਰਾਂਗੇ ਜਦੋਂ ਸਾਡੇ ਕੋਲ ਵੱਡੀਆਂ ਸੰਖਿਆਵਾਂ ਆਉਣਗੀਆਂ। ਹੁਣ ਅਸੀਂ ਕਰਦੇ ਹਾਂ ਮਾਧਿਕਾ ਦੇ ਬਾਰੇ। ਅਗਲਾ ਸਾਡੇ ਕੋਲ ਹੈ ਮਾਧਿਕਾ। ਮਾਧਿਕਾ ਇਹ ਸਭ ਤੋਂ ਮੱਧ ਵਿੱਚ ਆਉਣ ਵਾਲੇ ਪ੍ਰੇਖਣ ਦਾ ਮੁੱਲ ਹੁੰਦਾ ਹੈ। ਜਿੰਨੇ ਵੀ ਸਾਡੇ ਕੋਲ ਪ੍ਰੇਖਣ ਹਨ ਇਹਨਾਂ ਦੀ ਉਹ ਵੈਲਿਊ ਜਿਹੜੀ ਇਹਨਾਂ ਨੂੰ ਠੀਕ ਦੋ ਭਾਗਾਂ ਵਿੱਚ ਵੰਡ ਦਿੰਦੀ ਹੈ। ਮਾਧਿਕਾ ਕੱਢਣ ਵਾਸਤੇ ਅੰਕੜਿਆਂ ਨੂੰ ਸਭ ਤੋਂ ਪਹਿਲੇ ਚੜ੍ਹਦੇ ਕ੍ਰਮ ਜਾਂ ਵੱਧਦੇ ਕ੍ਰਮ ਦੇ ਵਿੱਚ ਲਿਖ ਲਿਆ ਜਾਂਦਾ ਹੈ। ਉਸ ਤੋਂ ਬਾਅਦ ਅੰਕੜਿਆਂ ਦੀ ਗਿਣਤੀ ਕੀਤੀ ਜਾਂਦੀ ਹੈ। ਜੇਕਰ ਤਾਂ ਅੰਕੜੇ ਟਾਂਕ ਸੰਖਿਆਵਾਂ ਦੇ ਵਿੱਚ ਹਨ ਉਸ ਟਾਈਮ 'ਤੇ ਅਸੀਂ ਮਾਧਿਕਾ ਦਾ ਇਹ ਵਾਲਾ ਫਾਰਮੂਲਾ ਯੂਜ਼ ਕਰਦੇ ਹਾਂ N/1/2। ਜਿੰਨੇ ਵੀ ਅੰਕੜੇ ਹਨ ਟਾਂਕ ਸੰਖਿਆਵਾਂ ਮਤਲਬ ਜਿਸ ਤਰ੍ਹਾਂ 3, 5, 7, 9 ਕੋਈ ਵੀ ਅੰਕੜੇ ਹਨ। ਜੇ ਸਾਡੇ ਕੋਲ 7 ਅੰਕੜੇ ਹਨ ਅਤੇ ਅਸੀਂ 7 ਵਿੱਚ 1 ਜੋੜ ਦੇਵਾਂਗੇ, ਕੀ ਬਣ ਜਾਏਗਾ ਸਾਡੇ ਕੋਲ 8। ਇਹ ਬਣ ਗਿਆ ਸਾਡੇ ਕੋਲ 8। ਉਹਨੂੰ ਅਸੀਂ ਅੱਧਾ ਕਰ ਲਾਂਗੇ, ਸਾਡੇ ਕੋਲ ਬਣ ਗਿਆ 8/2 ਬਰਾਬਰ ਹੈ 4। ਇਹਦਾ ਮਤਲਬ ਚੌਥਾ ਜਿਹੜਾ ਅੰਕੜਾ ਹੈ ਉਹ ਉਸਦੀ ਮਾਧਿਕਾ ਹੋਵੇਗੀ। ਇਹਨੂੰ ਅਸੀਂ ਇੱਕ ਐਗਜ਼ਾਮਪਲ ਦੇ ਵਿੱਚ ਕਰਦੇ ਹਾਂ। ਸਾਡੇ ਕੋਲ ਐਗਜ਼ਾਮਪਲ ਹੈ, ਇਹਦੇ ਵਿੱਚ ਸਾਨੂੰ ਅੰਕੜੇ ਦਿੱਤੇ ਗਏ ਹਨ, ਠੀਕ ਹੈ। ਪਹਿਲੇ ਅਸੀਂ ਸਭ ਤੋਂ ਪਹਿਲੇ ਗਿਣਤੀ ਕਰਾਂਗੇ ਅੰਕੜਿਆਂ ਦੀ। ਕਿੰਨੇ ਅੰਕੜੇ ਹਨ? 1, 2, 3, 4, 5, 6, 7, 8, 9। ਇਹਦੇ ਵਿੱਚ ਸਾਡੇ ਕੋਲ 9 ਅੰਕੜੇ ਹਨ।
9 ਅੰਕੜੇ ਹਨ ਤੇ ਇਹਦਾ ਮਤਲਬ ਹੈ ਟਾਂਕ ਸੰਖਿਆ ਹੈ। ਇਹਦੇ ਵਿੱਚ ਅਸੀਂ ਫਾਰਮੂਲਾ ਅਪਲਾਈ ਕਰਾਂਗੇ n ਜਮਾ 1/2। n ਕੀ ਹੈ ਸਾਡੇ ਕੋਲ 9, 9 ਦੇ ਵਿੱਚ ਅਸੀਂ 1 ਜੋੜਿਆ, ਇਹ ਬਣ ਗਿਆ 10, 10/2 ਆ ਗਿਆ ਸਾਡੇ ਕੋਲ 5। ਇਹਦਾ ਮਤਲਬ ਜਿਹੜਾ ਪੰਜਵਾਂ ਅੰਕੜਾ ਹੋਵੇਗਾ ਉਹ ਇਸ ਵਿੱਚ ਇਸ ਦੀ ਮਾਧਿਕਾ ਹੋਵੇਗੀ। ਤਾਂ ਅਸੀਂ ਸਭ ਤੋਂ ਪਹਿਲਾ ਸਟੈਪ ਹੈ ਇਹਨੂੰ ਅਸੈਂਡਿੰਗ ਆਰਡਰ ਵਿੱਚ ਲਿਖ ਲਿਆ, ਵੱਧਦੇ ਕ੍ਰਮ ਦੇ ਵਿੱਚ ਲਿਖ ਲਿਆ, ਠੀਕ ਹੈ। ਉਸ ਤੋਂ ਬਾਅਦ ਪੰਜਵਾਂ ਅੰਕੜਾ ਦੇਖ ਲਓ, ਪਹਿਲਾ ਅੰਕੜਾ, ਦੂਸਰਾ, ਤੀਸਰਾ, ਚੌਥਾ, ਆ ਹੋ ਗਿਆ ਸਾਡੇ ਕੋਲ ਪੰਜਵਾਂ ਅੰਕੜਾ। ਇਹੀ ਇਹਦੀ ਮਾਧਿਕਾ ਹੋਵੇਗੀ, ਮੀਡੀਅਨ ਜਾਂ ਮਿਡਲ ਵੈਲਿਊ। ਇਸ ਤੋਂ ਇਲਾਵਾ ਦੂਸਰਾ ਤਰੀਕਾ ਵੀ ਹੈ ਇੱਕ, ਬਹੁਤ ਈਜ਼ੀ ਹੈ। ਜੇ ਸਾਡੇ ਕੋਲ ਟਾਂਕ ਸੰਖਿਆਵਾਂ ਨੇ, ਮਤਲਬ ਸਾਡੇ ਕੋਲ 9 ਸੰਖਿਆਵਾਂ ਸੀਗੀਆਂ, ਇੱਥੇ 4 ਸੰਖਿਆਵਾਂ ਨੂੰ ਅਸੀਂ ਇੱਧਰ ਲਿਖ ਲਿਆ, 4 ਸੰਖਿਆਵਾਂ ਨੂੰ ਇੱਧਰ ਕਰ ਲਿਆ, 2 ਬਰਾਬਰ ਭਾਗਾਂ ਵਿੱਚ ਵੰਡ ਲਿਆ, ਵਿੱਚ ਕਿਹੜੀ ਟਰਮ ਸਾਡੇ ਕੋਲ ਰਹਿ ਗਈ 9, ਇਹੀ ਇਹਦੀ ਮੀਡੀਅਨ ਹੋਵੇਗਾ, ਇਹੀ ਇਹਦੀ ਮਾਧਿਕਾ ਹੋਵੇਗੀ। ਹੁਣ ਅਸੀਂ ਆਪਣੀ ਅਸਾਈਨਮੈਂਟ 'ਤੇ ਚੱਲਦੇ ਹਾਂ। ਅਸਾਈਨਮੈਂਟ ਦੇ ਵਿੱਚ ਹੈ ਜੇਕਰ ਜਿਸਤ ਸੰਖਿਆਵਾਂ ਹੋਣ, ਜੇਕਰ ਅੰਕੜੇ ਜਿਸਤ ਸੰਖਿਆਵਾਂ ਦੇ ਵਿੱਚ ਹੋਣ, ਫਿਰ ਅਸੀਂ ਮਾਧਿਕਾ ਦਾ ਦੂਸਰਾ ਫਾਰਮੂਲਾ ਅਪਲਾਈ ਕਰਾਂਗੇ ਜੋ ਹੈ n/2 ਅਤੇ n/2 ਜਮਾ 1 ਪ੍ਰੇਖਣ ਦੇ ਮੱਧਮਾਨ। ਇਹਨਾਂ ਦੋ ਪ੍ਰੇਖਣਾਂ ਦਾ ਮੱਧਮਾਨ ਕੱਢਾਂਗੇ। ਹੁਣ n/2 ਕੀ ਹੈ, ਜਿਵੇਂ ਕਿ ਸਾਡੇ ਕੋਲ ਜਿਸ ਸੰਖਿਆਵਾਂ ਹਨ 8, ਮਤਲਬ ਸਾਡੇ ਕੋਲ 8 ਕੋਈ ਅੰਕੜੇ ਹਨ, ਉਹ ਜਿਸਤ ਸੰਖਿਆ ਹੈ, 8/2 ਕਰ ਦਿਓ, 8/2 ਸਾਡੇ ਕੋਲ ਕਿੰਨਾ ਆ ਗਿਆ 4, ਇਹਦਾ ਮਤਲਬ ਚੌਥਾ ਅੰਕੜਾ ਇਹ ਵਾਲਾ। ਉਸ ਤੋਂ ਇਲਾਵਾ ਇੱਥੇ ਲਿਖਿਆ ਹੋਇਆ n/2 ਜਮਾ 1, ਇਹਦਾ ਮਤਲਬ ਹੈ ਜਿਹੜਾ ਅੰਕੜਾ ਸਾਡੇ ਕੋਲ ਆ ਗਿਆ ਉਸ ਤੋਂ ਅਗਲਾ ਅੰਕੜਾ, ਉਹਦੇ ਵਿੱਚ 1 ਜੋੜ ਦਿਓ। ਇੱਥੇ ਸਾਡੇ ਕੋਲ ਆਇਆ ਸੀ ਚੌਥਾ ਅੰਕੜਾ, ਉਹਦੇ ਵਿੱਚ 1 ਹੋਰ ਜੋੜਤਾ, ਇਹ ਬਣ ਗਿਆ ਸਾਡੇ ਕੋਲ ਪੰਜਵਾਂ ਅੰਕੜਾ। ਤੇ ਚੌਥੇ ਤੇ ਪੰਜਵੇਂ ਅੰਕੜੇ ਦਾ ਮੱਧਮਾਨ ਕੱਢਾਂਗੇ। ਮੱਧਮਾਨ ਦਾ ਮਤਲਬ ਹੈ ਦੋਨਾਂ ਨੂੰ ਪਲੱਸ ਕਰਕੇ ਬਟਾ 2 ਕਰ ਲਓ, ਤੇ ਫਿਰ ਸਾਡੇ ਕੋਲ ਮਾਧਿਕਾ ਦੀ ਵੈਲਿਊ ਆ ਜਾਏਗੀ ਜਦੋਂ ਅੰਕੜੇ ਜਿਸਤ ਸੰਖਿਆਵਾਂ ਦੇ ਵਿੱਚ ਹੋਣ। ਇਹਦੀ ਵੀ ਅਸੀਂ ਇੱਕ ਐਗਜ਼ਾਮਪਲ ਕਰ ਲੈਂਦੇ ਹਾਂ। ਹੁਣ ਦੇਖੋ, ਆ ਸਾਡੇ ਕੋਲ ਇੱਕ ਐਗਜ਼ਾਮਪਲ ਹੈ ਜਿਹਦੇ ਵਿੱਚ ਸਭ ਤੋਂ ਪਹਿਲੇ ਅੰਕੜੇ ਗਿਣੋ ਕਿੰਨੇ ਹਨ। 1 2 3 4 5 6 7 8 9 10 11 ਤੇ 12 ਅੰਕੜੇ ਹਨ ਜੋ ਕਿ ਜਿਸਤ ਸੰਖਿਆ ਹੈ। ਤੇ ਜਿਸਤ ਸੰਖਿਆ ਵੇਲੇ ਅਸੀਂ ਕਿਹੜਾ ਬਣਾਉਂਦੇ ਹਾਂ n/2। ਸਭ ਤੋਂ ਪਹਿਲੇ ਅਸੀਂ ਕਰਾਂਗੇ n/2, ਇਹ ਬਣ ਗਿਆ 12/2, ਇਹ ਬਣ ਗਿਆ ਸਾਡੇ ਕੋਲ 6, ਇਹਦਾ ਮਤਲਬ 6ਵਾਂ ਅੰਕੜਾ ਸਾਡੇ ਕੋਲ ਆ ਗਿਆ। ਇੱਕ ਬਣ ਗਿਆ ਸਾਡੇ ਕੋਲ 6ਵਾਂ, ਇੱਥੇ ਲਿਖ ਦਿੰਦੀ ਹਾਂ ਮੈਂ 6ਵਾਂ ਅੰਕੜਾ। ਉਸ ਤੋਂ ਬਾਅਦ ਅਸੀਂ ਕੀ ਲਿਖਦੇ ਹਾਂ n/2 ਜਮਾ 1, ਮਤਲਬ 6ਵੇਂ ਤੋਂ ਬਾਅਦ ਅਗਲਾ ਇੱਕ ਅੰਕੜਾ, ਤੇ 6ਵੇਂ ਤੋਂ ਅਗਲਾ ਫਿਰ ਕਿਹੜਾ ਹੁੰਦਾ ਹੈ 7ਵਾਂ ਅੰਕੜਾ। ਇਹਨਾਂ ਦੋਨਾਂ ਅੰਕੜਿਆਂ ਦਾ ਅਸੀਂ ਮੱਧਮਾਨ ਕੱਢਣਾ ਹੈ। ਮੱਧਮਾਨ ਕਿਵੇਂ ਕੱਢਾਂਗੇ, ਦੋਨਾਂ ਅੰਕੜਿਆਂ ਨੂੰ ਜੋੜ ਕਰਕੇ ਬਟਾ 2 ਕਰ ਲਓ, 6ਵਾਂ ਤੇ 7ਵੇਂ ਅੰਕੜੇ ਦਾ ਮੱਧਮਾਨ। ਹੁਣ ਦੇਖੋ ਸਾਡੇ ਕੋਲ ਇਸ ਐਗਜ਼ਾਮਪਲ ਦੇ ਵਿੱਚ 6ਵਾਂ ਅੰਕੜਾ ਕਿਹੜਾ ਹੈ। ਸਭ ਤੋਂ ਪਹਿਲਾ ਸਟੈਪ ਉਹੀ ਹੈ, ਅਸੈਂਡਿੰਗ ਆਰਡਰ ਵਿੱਚ ਲਿਖ ਲਿਆ, ਇਨਕਰੀਜ਼ਿੰਗ ਆਰਡਰ ਦੇ ਵਿੱਚ। ਇਸ ਤੋਂ ਬਾਅਦ ਅਸੀਂ ਕੱਢਣਾ ਸੀ 6ਵਾਂ ਅੰਕੜਾ, ਪਹਿਲਾ, ਦੂਸਰਾ, ਤੀਸਰਾ, ਚੌਥਾ, ਪੰਜਵਾਂ। ਇਹ ਸਾਡੇ ਕੋਲ ਆ ਗਿਆ 6ਵਾਂ ਅੰਕੜਾ, ਔਰ ਇਹ ਵਾਲਾ ਸਾਡੇ ਕੋਲ ਆ ਗਿਆ 7ਵਾਂ ਅੰਕੜਾ। ਇਹ ਦੋਨੋਂ ਅੰਕੜੇ ਕਿਹੜੇ ਕਿਹੜੇ ਨੇ 4 ਤੇ 4, ਇਹਨਾਂ ਦੋਨਾਂ ਦੀ ਅਸੀਂ ਮੱਧਮਾਨ ਕੱਢਾਂਗੇ, ਐਵਰੇਜ ਕੱਢਾਂਗੇ। 4 ਜਮਾ 4/2, ਇਹ ਬਣ ਗਿਆ ਸਾਡੇ ਕੋਲ 8/2 ਵਿਚ ਇਜ਼ ਇਕੁਅਲ ਟੂ 4। ਇਸ ਕਰਕੇ ਇਸ ਕੁਐਸਚਨ ਦੇ ਵਿੱਚ ਸਾਡੀ ਜਿਹੜੀ ਮੀਡੀਅਨ ਹੈ, ਮਾਧਿਕਾ ਹੈ, ਉਹਦੀ ਵੈਲਿਊ ਆ ਗਈ 4। ਇਹਦਾ ਮਤਲਬ ਹੈ ਮਾਧਿਕਾ ਦੀ ਜਿਹੜੀ ਵੈਲਿਊ ਹੈ ਉਹ ਸਿਰਫ ਅੰਕੜਿਆਂ ਦੀ ਗਿਣਤੀ 'ਤੇ ਡਿਪੈਂਡ ਕਰਦੀ ਹੈ ਕਿ ਅੰਕੜਿਆਂ ਦੀ ਗਿਣਤੀ ਕੀ ਹੈ, n ਵੈਲਿਊਜ਼ 'ਤੇ ਡਿਪੈਂਡ ਕਰਦੀ ਹੈ। ਜੇਕਰ ਤੇ ਸਾਡੇ ਕੋਲ ਅੰਕੜੇ ਹੋਣ ਟਾਂਕ, ਜਿਵੇਂ ਕਿ ਇਸ ਉਦਾਹਰਨ ਦੇ ਵਿੱਚ ਟਾਂਕ ਅੰਕੜੇ ਨੇ, ਠੀਕ ਹੈ, ਟੋਟਲ ਹਨ ਸਾਡੇ ਕੋਲ 7, ਤੇ ਅਸੀਂ ਇਹਨੂੰ ਸੌਖੇ ਤਰੀਕੇ ਨਾਲ ਵੀ ਕਰ ਸਕਦੇ ਹਾਂ। 3 ਇੱਧਰ ਕਰ ਲਏ, 3 ਇੱਧਰ ਕਰ ਲਏ, ਤੇ ਮੱਧ ਵਿੱਚ, ਮਾਧਿਕਾ ਦਾ ਮਤਲਬ ਹੈ ਮੱਧ ਭਾਗ, ਜਿਹੜਾ ਵਿਚਕਾਰ ਵਾਲਾ ਅੰਕੜਾ ਹੈ ਉਹ ਸਾਡੇ ਕੋਲ ਆ ਜਾਏਗਾ ਇਸ ਦੀ ਮਾਧਿਕਾ, ਇਸ ਦੀ ਮੀਡੀਅਨ। ਜੇ ਇਸੇ ਤਰ੍ਹਾਂ ਜਿਸਤ ਅੰਕੜੇ ਹਨ, ਜਿਵੇਂ ਕਿ ਸਾਡੇ ਕੋਲ ਅਗਲੀ ਐਗਜ਼ਾਮਪਲ ਹੈ, ਇਹਦੇ ਵਿੱਚ 8 ਅੰਕੜੇ ਹਨ, ਤੇ ਅਸੀਂ ਕੀ ਕੀਤਾ 3 ਅੰਕੜਿਆਂ ਨੂੰ ਇੱਕ ਸਾਈਡ 'ਤੇ ਕਰ ਲਓ, 3 ਅੰਕੜਿਆਂ ਨੂੰ ਇੱਕ ਸਾਈਡ 'ਤੇ ਕਰ ਲਓ। ਹੁਣ ਇਹਦੇ ਵਿੱਚ ਕਿੰਨੀ ਟਰਮਸ ਬਚੀਆਂ 2 ਅੰਕੜੇ ਵਿੱਚ ਬਚ ਗਏ। ਟਾਂਕ ਸੰਖਿਆਵਾਂ ਦੇ ਵਿੱਚ ਤੇ ਇੱਕੋ ਬਚਦਾ ਸੀਗਾ, ਉਹੀ ਉਹਦੀ ਮਾਧਿਕਾ ਆ ਗਈ। ਲੇਕਿਨ ਇਹਦੇ ਵਿੱਚ ਸਾਡੇ ਕੋਲ 2 ਅੰਕੜੇ ਵਿਚਕਾਰ ਆ ਜਾਂਦੇ ਨੇ। ਹੁਣ ਕੀ ਕਰੋਗੇ ਤੁਸੀਂ, ਦੋਨਾਂ ਦੀ ਔਸਤ ਕੱਢ ਲਓ, ਦੋਨਾਂ ਦੀ ਮੱਧਮਾਨ ਕੱਢ ਲਓ, ਕਿ ਦੋਨਾਂ ਨੂੰ ਪਲੱਸ ਕਰਕੇ ਉਹਨੂੰ ਡਿਵਾਈਡ ਕਰ ਲਓ 2 ਦੇ ਨਾਲ। ਇਹ ਆ ਗਿਆ ਸਾਡੇ ਕੋਲ 9/2 ਵਿਚ ਇਜ਼ ਇਕੁਅਲ ਟੂ 4.5। ਇਸ ਕਰਕੇ ਅਸੀਂ ਜਿਸਤ ਸੰਖਿਆਵਾਂ ਜਾਂ ਟਾਂਕ ਸੰਖਿਆਵਾਂ ਹੋਣ ਤੇ ਮਾਧਿਕਾ ਅਸੀਂ ਵੱਖੋ ਵੱਖਰੀ ਫਾਰਮੂਲੇ ਦੇ ਤਹਿਤ ਕਰਾਂਗੇ, ਜਾਂ ਇਸ ਤਰੀਕੇ ਨਾਲ ਈਜ਼ੀ ਮੈਥਡ ਨਾਲ ਕਰ ਲਵਾਂਗੇ।
ਹੁਣ ਅਸੀਂ ਚੱਲਦੇ ਹਾਂ ਅਗਲੀ ਟੌਪਿਕ ਸਾਡਾ ਹੈਗਾ ਬਹੁਲਕ। ਬਹੁਲਕ ਤਾਂ ਬਹੁਤ ਹੀ ਈਜ਼ੀ ਟੌਪਿਕ ਹੈ। ਸਭ ਤੋਂ ਵੱਧ ਆਉਣ ਵਾਲਾ, ਸਭ ਤੋਂ ਵੱਧ ਵਾਰ ਆਉਣ ਵਾਲੇ ਪ੍ਰੇਖਣ ਨੂੰ ਬਹੁਲਕ ਕਿਹਾ ਜਾਂਦਾ ਹੈ। ਬਹੁਤ ਈਜ਼ੀ ਹੈ। ਹੁਣ ਇਸੇ ਬੇਸ 'ਤੇ ਅਸੀਂ ਆਪਣੀ ਅਸਾਈਨਮੈਂਟ ਦੀਆਂ ਉਦਾਹਰਨਾਂ ਕਰਦੇ ਹਾਂ। ਪਹਿਲਾ ਕੁਐਸਚਨ ਹੈ, ਇੱਕ ਟੀਮ ਨੇ ਫੁੱਟਬਾਲ ਦੇ 10 ਮੈਚਾਂ ਵਿੱਚ ਹੇਠ ਲਿਖੇ ਗੋਲ ਕੀਤੇ। ਆ ਸੀਗੀ ਗੋਲਾਂ ਦੀ ਸੰਖਿਆ 2 3 4 5 0 1 3 3 4 3। ਇਹਨਾਂ ਵਿੱਚ ਅਸੀਂ ਇਸ ਦਾ ਮੱਧਮਾਨ, ਮਾਧਿਕਾ ਅਤੇ ਬਹੁਲਕ ਪਤਾ ਕਰਨੀ ਹੈ। ਹੁਣ ਇਹਦਾ ਹੱਲ ਕਿਵੇਂ ਕਰਾਂਗੇ? ਸਭ ਤੋਂ ਪਹਿਲੇ ਵਾਰੀ ਅਸੀਂ ਫਾਈਂਡ ਆਊਟ ਕਰਾਂਗੇ। ਸਭ ਤੋਂ ਪਹਿਲੇ ਅਸੀਂ ਮੱਧਮਾਨ ਕਰਦੇ ਹਾਂ। ਮੱਧਮਾਨ ਕਿਵੇਂ ਕੱਢਾਂਗੇ? ਸਾਰੇ ਅੰਕੜਿਆਂ ਦਾ ਜੋੜ ਬਟਾ ਪ੍ਰੇਖਣਾਂ ਦੀ ਕੁੱਲ ਗਿਣਤੀ। ਹੁਣ ਸਾਰੇ ਅੰਕੜੇ ਸਾਡੇ ਕੋਲ ਕਿਹੜੇ ਨੇ? ਇਹ ਸਾਰੇ ਅੰਕੜੇ ਨੇ। ਇਹਨਾਂ ਸਾਰਿਆਂ ਨੂੰ ਜੋੜ ਕਰ ਲਓ। ਇਹਨਾਂ ਸਾਰਿਆਂ ਨੂੰ, ਆ ਦੇਖੋ 2 3 4 5 0 1 3 3 4 3, ਇਹਨਾਂ ਸਾਰਿਆਂ ਨੂੰ ਜੋੜ ਕਰਕੇ ਸਾਡੇ ਕੋਲ ਇਹਦੀ ਵੈਲਿਊ ਆ ਗਈ 28/10, ਜਿਹੜਾ ਸਾਡੇ ਕੋਲ ਬਣ ਗਿਆ 2.8। ਇਹ ਸਾਡੇ ਕੋਲ ਆ ਗਿਆ ਮੱਧਮਾਨ। ਅਸੀਂ ਹੁਣ ਸਾਡੇ ਕੋਲ ਮੱਧਮਾਨ ਦੀ ਵੈਲਿਊ ਕਿੰਨੀ ਆ ਗਈ? 2.8। ਅਗਲਾ ਟੌਪਿਕ ਹੈ ਸਾਡਾ ਮਾਧਿਕਾ। ਅਸੀਂ ਇਸੇ ਕੁਐਸਚਨ ਦੇ ਵਿੱਚ ਮਾਧਿਕਾ ਵੀ ਪਤਾ ਕਰਨੀ ਹੈ। ਅੰਕੜੇ ਸਾਨੂੰ ਦਿੱਤੇ ਗਏ ਹਨ, ਇਹਦੀ ਅਸੀਂ ਮਾਧਿਕਾ ਪਤਾ ਕਰਾਂਗੇ। ਉਹਦਾ ਪਹਿਲਾ ਸਟੈਪ ਹੁੰਦਾ ਹੈ ਪ੍ਰੇਖਣਾਂ ਨੂੰ ਚੜ੍ਹਦੇ ਕ੍ਰਮ ਦੇ ਵਿੱਚ ਲਿਖ ਲਵੋ, ਇਨਕਰੀਜ਼ਿੰਗ ਆਰਡਰ ਦੇ ਵਿੱਚ। ਇਨਕਰੀਜ਼ਿੰਗ ਆਰਡਰ ਮਤਲਬ ਸਭ ਤੋਂ ਪਹਿਲੇ ਛੋਟੀ ਰਕਮ, ਫਿਰ ਉਸ ਤੋਂ ਵੱਡੀ, ਫਿਰ ਉਸ ਤੋਂ ਵੱਡੀ ਲਿਖਾਂਗੇ। ਇਹ ਸਾਡੇ ਕੋਲ ਆ ਜਾਏਗਾ 0 1 2 3 3 3 3 4 4 5। ਅੰਕੜਿਆਂ ਦੀ ਕੁੱਲ ਗਿਣਤੀ ਕਿੰਨੀ ਹੋ ਗਈ ਸਾਡੇ ਕੋਲ? 10। ਗਿਣ ਲਓ ਤੁਸੀਂ, 1 2 3 4 5 6 7 8 9 ਅਤੇ 10। ਇਸ ਕਰਕੇ ਇੱਥੇ n ਦੀ ਵੈਲਿਊ ਅਸੀਂ ਲਿਖ ਲਈ 10। ਹੁਣ ਅਸੀਂ ਫਾਰਮੂਲੇ ਵਾਈਜ਼ ਕਰਦੇ ਹਾਂ। 10 ਕੀ ਹੈ? ਇੱਕ ਜਿਸਤ ਸੰਖਿਆ। 10 ਕੀ ਹੈ? ਇੱਕ ਜਿਸਤ ਸੰਖਿਆ। ਜਿਸਤ ਸੰਖਿਆ ਵੇਲੇ ਅਸੀਂ ਕੀ ਕਰਾਂਗੇ? ਜਦੋਂ ਵੀ ਸਾਡੇ ਕੋਲ ਜਿਸਤ ਸੰਖਿਆਵਾਂ ਹੋਣਗੀਆਂ ਤੇ ਅਸੀਂ ਫਾਰਮੂਲਾ ਲਗਾਉਂਦੇ ਹਾਂ n/2। n/2, ਇੱਥੇ n ਦੀ ਵੈਲਿਊ ਕਿੰਨੀ ਹੈ? 10। ਇਹ ਆ ਜਾਏਗਾ 10/2। ਇਹਦਾ ਮਤਲਬ ਇਹ ਸਾਡੇ ਕੋਲ ਆ ਗਿਆ 10/2 ਨੂੰ ਸੋਲਵ ਕਰਕੇ 5ਵਾਂ ਅੰਕੜਾ। ਤੇ ਫਿਰ ਉਸ ਤੋਂ ਅਗਲਾ ਅੰਕੜਾ ਕਿਹੜਾ ਹੁੰਦਾ ਹੈ? 5ਵੇਂ ਤੋਂ ਬਾਅਦ 6ਵਾਂ। ਇਹ ਫਿਰ ਆ ਜਾਏਗਾ ਇੱਥੇ 6ਵਾਂ ਅੰਕੜਾ। ਇਹਨਾਂ ਦੋਨਾਂ ਦਾ ਅਸੀਂ ਮੱਧਮਾਨ ਪਤਾ ਕਰਦੇ ਹਾਂ। 5ਵਾਂ ਅੰਕੜਾ ਜਮਾ 6ਵਾਂ ਅੰਕੜਾ ਬਟਾ 2। ਇਹਦੀ ਫਿਰ ਵੈਲਿਊ ਕਿੰਨੀ ਆ ਜਾਏਗੀ? ਦੇਖੋ ਇੱਥੇ 5ਵਾਂ ਅੰਕੜਾ ਕਿਹੜਾ ਹੈ? ਇਹ ਪਹਿਲਾ, ਦੂਸਰਾ, ਤੀਸਰਾ, ਚੌਥਾ, ਆ ਸਾਡੇ ਕੋਲ ਹੈ 5ਵਾਂ ਅੰਕੜਾ। ਇਸ ਤੋਂ ਅਗਲਾ ਅੰਕੜਾ 6ਵਾਂ ਅੰਕੜਾ। ਇਹ ਕਿਹੜਾ ਹੈਗਾ? 3। ਇਹਦਾ ਮਤਲਬ ਅਸੀਂ ਕੀ ਕੀਤਾ? ਇਸ ਦਾ ਮੱਧਮਾਨ ਕੱਢ ਲਿਆ। 3 ਜਮਾ 3/2 ਵਿਚ ਇਜ਼ ਇਕੁਅਲ ਟੂ 6/2। ਇਹਦੀ ਵੈਲਿਊ ਆ ਗਈ 3। 3 ਸਾਡੇ ਕੋਲ ਇੱਥੇ ਇਸ ਕੁਐਸਚਨ ਦੇ ਵਿੱਚ ਆ ਗਈ ਮਾਧਿਕਾ। ਇਸ ਨੂੰ ਅਸੀਂ ਦੂਸਰੇ ਈਜ਼ੀ ਮੈਥਡ ਨਾਲ ਵੀ ਸੋਲਵ ਕਰ ਸਕਦੇ ਹਾਂ। ਉਹ ਕੀ ਹੈ? ਅੰਕੜਿਆਂ ਦੀ ਗਿਣਤੀ 10 ਹੈ, 2 ਬਰਾਬਰ ਭਾਗਾਂ ਵਿੱਚ ਵੰਡ ਲਓ। 4 ਚਲ ਗਿਆ ਇੱਕ ਪਾਸੇ, 4 ਅੰਕੜੇ ਚਲ ਗਏ ਦੂਸਰੇ ਪਾਸੇ। ਵਿੱਚ ਸਾਡੇ ਕੋਲ ਕਿੰਨੇ ਅੰਕੜੇ ਬਚੇ? 2 ਅੰਕੜੇ। ਇਹਨਾਂ ਦੋਨਾਂ ਅੰਕੜਿਆਂ ਦੀ ਔਸਤ ਕੱਢ ਲਓ, ਐਵਰੇਜ ਕੱਢ ਲਓ, ਮਤਲਬ ਮੱਧਮਾਨ ਕੱਢ ਲਓ। ਠੀਕ ਹੈ, ਮੱਧ ਵਾਲਾ ਹਿੱਸਾ ਇਹਦੇ 'ਚ ਕਿੰਨੇ ਬਚੇ? 2 ਬਚੇ। ਦੋਨਾਂ ਦਾ ਮੱਧਮਾਨ ਕੱਢ ਲਓ ਤੇ ਸਾਡੇ ਕੋਲ ਆ ਜਾਏਗਾ 3 ਜਮਾ 3/2। ਇਹ ਆ ਗਿਆ 6/2 ਵਿਚ ਇਜ਼ ਇਕੁਅਲ ਟੂ 3। ਤਾਂ ਵੀ ਮਾਧਿਕਾ ਇੰਨੀ ਹੀ ਆਵੇਗੀ। ਭਾਵੇਂ ਤੁਸੀਂ ਫਾਰਮੂਲੇ ਵਾਈਜ਼ ਕਰ ਲਓ, ਭਾਵੇਂ ਤੁਸੀਂ ਸਿੰਪਲ ਵੀ ਕਰ ਸਕਦੇ ਹੋ। ਹੁਣ ਅਸੀਂ ਇਸ ਕੁਐਸਚਨ ਦੇ ਵਿੱਚ ਬਹੁਲਕ ਪਤਾ ਕਰਾਂਗੇ। 2 ਚੀਜ਼ਾਂ ਅਸੀਂ ਪਤਾ ਕਰ ਚੁੱਕੇ ਹਾਂ। ਹੁਣ ਅਸੀਂ ਤੀਸਰੀ ਚੀਜ਼ ਪਤਾ ਕਰਾਂਗੇ, ਬਹੁਲਕ। ਹੁਣ ਬਹੁਲਕ ਕੀ ਹੁੰਦਾ ਹੈ? ਜਿਹੜੀ ਅੰਕੜਾ ਬਾਰ-ਬਾਰ ਉਸ ਅੰਕੜਿਆਂ ਦੇ ਵਿੱਚ ਲਿਖਿਆ ਹੋਇਆ ਹੈ। ਤੇ ਦੇਖੋ ਬਾਰ-ਬਾਰ ਕਿਹੜੀ ਚੀਜ਼ ਲਿਖੀ ਹੋਈ ਹੈ? ਦੇਖੋ 3 3 3 3 ਕਿੰਨੀ ਵਾਰੀ ਹੈ? 4 ਵਾਰੀ। ਜਿਹੜਾ ਅੰਕੜਾ ਸਭ ਤੋਂ ਵੱਧ ਵਾਰ ਆਉਂਦਾ ਹੈ, ਬਹੁਤੀ ਵਾਰ ਆਉਂਦਾ ਹੈ, ਉਸ ਨੂੰ ਬਹੁਲਕ ਕਹਿੰਦੇ ਹਨ। ਇਸ ਕਰਕੇ ਇਸ ਕੁਐਸਚਨ ਦੇ ਵਿੱਚ ਬਹੁਲਕ ਕੀ ਹੋ ਜਾਏਗਾ? 3। ਇਸੇ ਤਰ੍ਹਾਂ ਹੁਣ ਅਸੀਂ ਅਗਲਾ ਕੁਐਸਚਨ ਕਰਦੇ ਹਾਂ। ਅਗਲਾ ਕੁਐਸਚਨ ਵੀ ਬਹੁਤ ਇੰਟਰਸਟਿੰਗ ਹੈ। ਅਸੀਂ ਦੂਸਰਾ ਫਾਰਮੂਲਾ ਕੀਤਾ ਸੀ ਮੱਧਮਾਨ ਦਾ, ਇਹ ਉਹਦੇ ਨਾਲ ਰਿਲੇਟਡ ਹੈ। ਹੇਠਾਂ ਦਿੱਤੀ ਸਾਰਣੀ ਵਿੱਚੋਂ ਇੱਕ ਫੈਕਟਰੀ ਵਿੱਚ ਕੰਮ ਕਰਦੇ 60 ਕਰਮਚਾਰੀਆਂ ਦਾ ਮੱਧਮਾਨ ਵੇਤਨ ਪਤਾ ਕਰੋ। ਅਸੀਂ ਕਰਨਾ ਹੈ, ਸਾਡੇ ਕੋਲ ਸਾਰਣੀ ਦਿੱਤੀ ਗਈ ਹੈ, 60 ਕਰਮਚਾਰੀ ਹਨ, ਉਹਨਾਂ ਦਾ ਮੱਧਮਾਨ ਵੇਤਨ ਪਤਾ ਕਰਨਾ ਹੈ। ਇਸ ਤਰ੍ਹਾਂ ਦੇ ਕੁਐਸਚਨ ਜਿਨ੍ਹਾਂ ਦੇ ਵਿੱਚ ਬਾਰੰਬਾਰਤਾ ਸਾਰਣੀ ਬਣੀ ਹੁੰਦੀ ਹੈ, ਉਹਦੇ ਵਿੱਚ ਅਸੀਂ ਫਾਰਮੂਲਾ ਅਪਲਾਈ ਕਰਦੇ ਹਾਂ, ਸਿਗਮਾ FI/XI ਬਟਾ ਸਿਗਮਾ FI। ਹੁਣ FI ਅਤੇ XI ਕੀ ਹੈ? ਸਾਰਣੀ ਦੇ ਵਿੱਚ ਦੇਖੋ ਸਾਡੇ ਕੋਲ ਸਾਰਣੀ ਹੈ, ਸਭ ਤੋਂ ਪਹਿਲੇ ਹੈ ਵੇਤਨ। ਵੇਤਨ ਨੂੰ ਅਸੀਂ ਮੰਨ ਲਿਆ XI ਮੰਨ ਲੈਂਦੇ ਹਾਂ, ਕਿਉਂਕਿ X ਦਾ ਮਤਲਬ ਹੁੰਦਾ ਜਿਹੜੀਆਂ ਸੰਖਿਆਵਾਂ ਫਿਕਸ ਨੇ ਜਾਂ
ਜਿਹੜੀਆਂ ਸੰਖਿਆਵਾਂ ਨੂੰ ਵਰਗ ਦੇ ਮਾਪ ਵਿੱਚ ਲਿਖਿਆ ਹੁੰਦਾ ਹੈ। ਇਹ ਸਾਡੇ ਕੋਲ ਹੈ 3000, 4000, 5000, 6000, 7000, 8000, 9000, 10000। ਇਹ ਸਾਡੇ ਕੋਲ ਆ ਗਈ XI ਦੀਆਂ ਵੈਲਿਊਜ਼। ਉਸ ਤੋਂ ਬਾਅਦ ਜੋ ਵੀ ਬਾਰੰਬਾਰਤਾ ਲਿਖੀ ਹੁੰਦੀ ਹੈ FI, ਕਰਮਚਾਰੀਆਂ ਦੀ ਸੰਖਿਆ। ਜੇ ਕਿਸੇ ਚੀਜ਼ ਦੀ, ਕਿਸੇ ਵੀ ਵਿਅਕਤੀਆਂ ਦੀ ਜਾਂ ਕਰਮਚਾਰੀਆਂ ਦੀ ਸੰਖਿਆ ਲਿਖੀ ਹੁੰਦੀ ਹੈ, ਉਹਨੂੰ ਅਸੀਂ ਬਾਰੰਬਾਰਤਾ ਜਾਂ ਫਰੀਕੁਐਂਸੀ ਲਿਖਦੇ ਹਾਂ, ਅਤੇ ਉਹਨੂੰ ਅਸੀਂ FI ਦੇ ਰੂਪ ਵਿੱਚ ਲਿਖਦੇ ਹਾਂ। FI ਕਿੰਨਾ ਹੈ ਸਾਡੇ ਕੋਲ? 16, 12, 10, 8, 6, 4, 3 ਅਤੇ 1। ਹੁਣ ਫਾਰਮੂਲੇ ਦੇ ਵਿੱਚ ਕੀ ਹੈ ਸਾਡੇ ਕੋਲ? FI ਅਤੇ XI ਨੂੰ ਗੁਣਾ ਕਰਨਾ ਹੈ, ਅਤੇ ਅਸੀਂ ਪਹਿਲੇ ਸਟੈਪ ਦੇ ਵਿੱਚ ਆਹੀ ਕਰਨ ਲੱਗੇ ਹਾਂ। 3000 ਨੂੰ 16 ਨਾਲ ਗੁਣਾ ਕਰ ਦਿਓ ਅਤੇ ਸਾਡੇ ਕੋਲ ਆ ਜਾਏਗਾ 48000। ਕਿਵੇਂ? 16 ਤੀਆਂ 48 ਨਾਲ 3 ਜ਼ੀਰੋਆਂ, ਇੱਥੇ 3 ਜ਼ੀਰੋਆਂ ਲੱਗ ਗਈਆਂ ਔਰ ਸਾਡੇ ਕੋਲ ਆ ਗਿਆ 48000। ਇਸੇ ਤਰ੍ਹਾਂ 4000 ਨੂੰ 12 ਦੇ ਨਾਲ ਗੁਣਾ ਕੀਤਾ, 48000 ਆ ਗਿਆ। 5000 ਨੂੰ 10 ਨਾਲ ਗੁਣਾ ਕੀਤਾ, 50000 ਆ ਗਿਆ। 6000 ਨੂੰ 8 ਨਾਲ ਗੁਣਾ ਕੀਤਾ, 48000। ਇਸੇ ਤਰ੍ਹਾਂ 7 6 42, ਇਹ ਆ ਗਿਆ ਸਾਡੇ ਕੋਲ 42000। 8 ਚੌਕਾ 32, ਇਹ ਆ ਗਿਆ ਸਾਡੇ ਕੋਲ 32000। 9 ਤੀਏ 27, ਇਹ ਸਾਡੇ ਕੋਲ ਆ ਗਿਆ 27000। ਅਤੇ 10 ਨੂੰ 1 ਨਾਲ ਗੁਣਾ ਕੀਤਾ, ਸੇਮ ਉਹੀ ਆ ਗਿਆ 10000। ਹੁਣ ਅਸੀਂ ਕੀ ਕਰਾਂਗੇ? ਫਾਰਮੂਲੇ ਦੇ ਵਿੱਚ ਲਿਖਿਆ ਸੀ ਸਿਗਮਾ FI XI। ਹੁਣ ਅਸੀਂ FI ਅਤੇ XI ਨੂੰ ਤਾਂ ਗੁਣਾ ਕਰ ਲਿਆ। ਹੁਣ ਸਿਗਮਾ ਦਾ ਮਤਲਬ ਹੈ ਸਾਰਿਆਂ ਨੂੰ ਜੋੜ ਕਰ ਲਿਆ। ਅਸੀਂ ਇਹਨਾਂ ਸਾਰੀਆਂ ਟਰਮਸ ਨੂੰ ਜੋੜ ਕਰਕੇ ਕਿੰਨਾ ਬਣਾ ਲਿਆ? 3,05,000। ਇਹ ਸਾਡੇ ਕੋਲ ਵੈਲਿਊ ਆ ਗਈ 3,05,000। ਹੁਣ ਫਾਰਮੂਲੇ ਦੇ ਹੇਠਾਂ ਕੀ ਹੁੰਦਾ ਹੈ? ਸਿਗਮਾ FI। ਸਿਗਮਾ FI ਮਤਲਬ ਸਾਡੇ ਕੋਲ ਇਹ ਸਾਰੀਆਂ ਵੈਲਿਊ ਦੀ ਵੀ ਜੋੜ ਕਰਾਂਗੇ ਅਸੀਂ, ਤਾਂ ਸਾਡੇ ਕੋਲ ਆ ਜਾਏਗਾ ਸਿਗਮਾ FI 60। ਹੁਣ ਫਾਰਮੂਲੇ ਦੇ ਵਿੱਚ ਅਪਲਾਈ ਕਰ ਦਿਓ। ਫਾਰਮੂਲਾ ਹੈ ਸਾਡਾ ਸਿਗਮਾ FI XI ਬਟਾ ਸਿਗਮਾ FI। ਠੀਕ ਹੈ, ਸਾਡੇ ਕੋਲ ਜਿੰਨੀ ਵੀ ਟਰਮ ਆਈ ਸੀਗੀ ਉੱਪਰ, ਉਹਨੂੰ ਹੇਠਾਂ 60 ਦੇ ਨਾਲ ਡਿਵਾਈਡ ਕਰਕੇ ਸਾਡੇ ਕੋਲ ਆ ਗਿਆ 5083.33। ਇਹਦਾ ਮਤਲਬ ਕਰਮਚਾਰੀਆਂ ਦਾ ਮੱਧਮਾਨ ਵੇਤਨ ਹੋਵੇਗਾ 5083.33 ਰੁਪਏ। ਹੁਣ ਅਸੀਂ ਇਸੇ ਅਸਾਈਨਮੈਂਟ ਦੇ ਹੇਠਾਂ ਪੰਜਾਬ ਅਚੀਵਮੈਂਟ ਸਰਵੇ ਦੇ ਰਿਲੇਟਿਡ 2 ਕੁਐਸਚਨ ਹਨ, ਉਹਨਾਂ ਨੂੰ ਸੋਲਵ ਕਰਦੇ ਹਾਂ। ਪਹਿਲਾ ਕੁਐਸਚਨ ਹੈ 78, 56, ਇਹ ਸਾਰੇ ਅੰਕੜੇ ਦਿੱਤੇ ਹੋਏ ਨੇ, ਇਹਨਾਂ ਦੀ ਅਸੀਂ ਮੱਧਿਕਾ ਪਤਾ ਕਰਨੀ ਹੈ। ਮੱਧਿਕਾ ਅਸੀਂ ਕਰ ਲੈਂਦੇ ਹਾਂ, ਬਹੁਤ ਈਜ਼ੀ ਹੈ। ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ? ਇਹਨਾਂ ਨੂੰ ਚੜ੍ਹਦੇ ਕ੍ਰਮ ਦੇ ਵਿੱਚ ਲਿਖਾਂਗੇ। ਸਭ ਤੋਂ ਛੋਟੀ ਰਕਮ, ਉਸ ਤੋਂ ਉੱਪਰ ਵਾਲੀ, ਉਸ ਤੋਂ ਵੱਡੀ ਵਾਲੀ, ਇਸ ਤਰ੍ਹਾਂ ਅਸੀਂ ਸਾਰਿਆਂ ਨੂੰ ਚੜ੍ਹਦੇ ਕ੍ਰਮ ਦੇ ਵਿੱਚ ਲਿਖ ਲਿਆ। ਹੁਣ ਅੰਕੜਿਆਂ ਦੀ ਗਿਣਤੀ ਪਤਾ ਕਰਨੀ ਹੈ। ਅੰਕੜਿਆਂ ਦੀ ਗਿਣਤੀ ਪਤਾ ਕਰਦੇ ਹਾਂ। ਪਹਿਲਾ ਅੰਕੜਾ, ਦੂਸਰਾ, ਤੀਸਰਾ, ਚੌਥਾ, ਪੰਜਵਾਂ, 6ਵਾਂ, 7ਵਾਂ, 8ਵਾਂ, 9ਵਾਂ, 10ਵਾਂ। ਇਹ ਕਿੰਨੇ ਅੰਕੜੇ ਆ ਗਏ ਸਾਡੇ ਕੋਲ? 10 ਅੰਕੜੇ। 10 ਕੀ ਹੈ? ਇੱਕ ਜਿਸਤ ਸੰਖਿਆ ਹੈ। ਜਿਸਤ ਸੰਖਿਆ ਵੇਲੇ ਅਸੀਂ ਕਿਹੜਾ ਫਾਰਮੂਲਾ ਅਪਲਾਈ ਕਰਦੇ ਹਾਂ? n/2। n/2। ਦੁਬਾਰਾ ਦੇਖੋ, ਜਦੋਂ ਸਾਡੇ ਕੋਲ ਹੋਣ ਜਿਸਤ ਸੰਖਿਆਵਾਂ ਤੇ ਅਸੀਂ n/2 ਕਰਦੇ ਹਾਂ। n ਸਾਡੇ ਕੋਲ ਆ ਗਿਆ 10, ਕਿਉਂਕਿ ਇੱਥੇ ਵੈਲਿਊ 10 ਸੀਗੀ। ਅੰਕੜਿਆਂ ਦੀ ਵੈਲਿਊ 10 ਸੀਗੀ। 10/2 ਕਿੰਨਾ ਆ ਗਿਆ ਸਾਡੇ ਕੋਲ? 5। ਇਹਦਾ ਮਤਲਬ 5ਵਾਂ ਅੰਕੜਾ ਸਾਡੇ ਕੋਲ ਬਣਿਆ। ਅਤੇ 5ਵੇਂ ਅੰਕੜੇ ਤੋਂ ਬਾਅਦ ਅਗਲਾ ਅੰਕੜਾ ਕਿਹੜਾ ਹੋ ਗਿਆ? ਇੱਕ ਹੋ ਗਿਆ ਸਾਡੇ ਕੋਲ 5ਵਾਂ, ਇੱਕ ਹੋ ਗਿਆ 6ਵਾਂ। ਇਹਨਾਂ ਦੋਨਾਂ ਦਾ ਅਸੀਂ ਮੱਧਮਾਨ ਪਤਾ ਕਰ ਲੈਂਦੇ ਹਾਂ। ਉਹ ਸਾਡੇ ਕੋਲ ਆ ਜਾਏਗੀ ਮੱਧਿਕਾ। 5ਵਾਂ ਅੰਕੜਾ ਕਿਹੜਾ ਹੈ? ਦੇਖਦੇ ਹਾਂ। ਇਹ ਪਹਿਲਾ, ਦੂਸਰਾ, ਤੀਸਰਾ, ਚੌਥਾ, ਆਹ ਸਾਡੇ ਕੋਲ ਆ ਗਿਆ 5ਵਾਂ ਅੰਕੜਾ। ਇਹ ਸਾਡੇ ਕੋਲ ਆ ਗਿਆ 6ਵਾਂ ਅੰਕੜਾ। ਇਹਨਾਂ ਦੋਨਾਂ ਨੂੰ ਅਸੀਂ ਜੋੜ ਕਰ ਲਿਆ 54 ਜਮ੍ਹਾਂ 54/2 ਔਰ ਸਾਡੇ ਕੋਲ ਆ ਗਿਆ 108/2 ਬਰਾਬਰ ਹੈ 54। ਇਸ ਕਰਕੇ ਸਾਡੇ ਕੋਲ ਰਾਈਟ ਆਪਸ਼ਨ ਆ ਗਈ ਆਪਸ਼ਨ ਨੰਬਰ C 54। ਹੁਣ ਪੈਸ ਦਾ ਅਗਲਾ ਕੁਐਸਚਨ ਕਰਦੇ ਹਾਂ। ਸੈਕਿੰਡ ਕੁਐਸਚਨ, ਸਾਰੇ ਹੀ ਅੰਕੜੇ ਤੁਹਾਨੂੰ ਦਿੱਤੇ ਹੋਏ ਹਨ। 15, 14, 19, ਕਿੰਨੇ ਸਾਰੇ ਅੰਕੜੇ ਹਨ। ਇਹਨਾਂ ਦਾ ਕੀ ਪਤਾ ਕਰਨਾ ਹੈ? ਅਸੀਂ ਬਹੁਲਕ ਪਤਾ ਕਰਨਾ ਹੈ। ਦੇਖੋ, ਬਹੁਲਕ ਪਤਾ ਕਰਨਾ ਹੈ। ਇਹ ਤਾਂ ਬਹੁਤ ਈਜ਼ੀ ਹੈ। ਜਿਹੜਾ ਅੰਕੜਾ ਬਾਰ-ਬਾਰ ਉਹਦੇ ਵਿੱਚ ਆਇਆ ਹੋਇਆ ਹੈ ਉਹਨੂੰ ਅਸੀਂ ਬਹੁਲਕ ਕਵਾਂਗੇ। ਜਿਹੜਾ ਵੱਧ ਵਾਰ ਆਇਆ ਹੈ, ਸਾਨੂੰ 4 ਆਪਸ਼ਨਸ ਦਿੱਤੀਆਂ ਨੇ। ਪਹਿਲਾ ਹੈ 14, ਦੂਸਰਾ ਹੈ 15, 16 ਜਾਂ 17। ਅਸੀਂ ਵਾਰੋ ਵਾਰੀ ਸਾਰੇ ਚੈੱਕ ਕਰ ਲੈਂਦੇ ਹਾਂ। ਪਹਿਲਾ ਅੰਕੜਾ ਹੈ ਸਾਡੇ ਕੋਲ 14। ਹੁਣ ਅਸੀਂ ਲੱਭ ਲੈਂਦੇ ਹਾਂ ਕਿ ਜਿਹੜਾ 14 ਹੈ ਉਹ ਕਿੰਨੀ ਵਾਰ ਆਇਆ ਹੈ।
ठीक है, अंकड़ियां 'ਚ देखते हैं 14 कितनी बार आया है साडे कोल। ये है अंकड़े, एक बार 14, दूसरा, तीसरा। 14 कितनी बारी आया है? 3 बार। असी लिख लिया 3 बार। इस तरह 15 देखते हैं असी 15 देखांगे कितनी बार आया है। 15 आया साडे कोल एक बार इत्थे, दूसरी बार, तीसरी बार। 15 साडे कोल आया 3 बार। हुण 16 देखते हैं असी, 16 लभदे हैं कितनी बारी आया। 16 एक साडे कोल इत्थे पिया है, 2, 3, 4 बारी। देखो 16 सब तो वध बार आया है, 4 बारी। एक बारी असी चौथा भी चैक कर लेने हैं। चौथी ऑप्शन किहड़ी है साडे कोल? चौथी ऑप्शन है 17। चौथी ऑप्शन साडे कोल है 17। इन्हूं भी असी चैक कर लेने हैं। सारे आंकड़ियां दे विचों 17 सिर्फ इक्को वारी आया है। ਇਹਦਾ मतलब सब तो ज़्यादा वार साडे कोल 16 आया, जो कि 4 वारी आया सी। यही साडा फिर बहुलक होएगा। ऑप्शन नंबर 3 सी ऑप्शन 16 ਜਿਹੜਾ ਸਾਡਾ ਬਹੁਲਕ ਹੋਵੇਗਾ। ਇਹ ਸੀਗੀ ਬੱਚੋ ਸਾਡੀ ਅਸਾਈਨਮੈਂਟ। ਇਹਨੂੰ ਸੋਲਵ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਆਪਣੀਆਂ ਹੋਮਵਰਕ ਦੀ ਕਾਪੀਜ਼ 'ਤੇ ਇਹਨੂੰ ਲਿਖੋਗੇ ਅਤੇ ਚੰਗੀ ਤਰ੍ਹਾਂ ਸਮਝੋਗੇ। ਥੈਂਕ ਯੂ।